आज ਆਪਾਂ ਇੱਕ ਬਹੁਤ ਹੀ ਦਿਲਚਸਪ ਚੀਜ਼ ਨੂੰ ਸਮਝਣ ਜਾ ਰਹੇ ਹਾਂ, ਇੱਕ ਆਧੁਨਿਕ ਆਨਲਾਈਨ ਬਿਜ਼ਨਸ ਪਿਚ। ਆਪਾਂ ਫੋਰਐਵਰ ਲਿਵਿੰਗ ਦੀ ਇੱਕ ਪੇਸ਼ਕਾਰੀ ਨੂੰ ਕੇਸ ਸਟੱਡੀ ਵਾਂਗ ਵਰਤਾਂਗੇ ਤੇ ਇਹ ਦੇਖਾਂਗੇ ਕਿ ਕਿਵੇਂ ਉਹ ਭਾਵਨਾਵਾਂ, ਤਰਕ ਅਤੇ ਵੱਡੇ-ਵੱਡੇ ਵਾਅਦਿਆਂ ਨੂੰ ਮਿਲਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ। ਗੱਲ ਸਿਰਫ ਕੁਝ ਵੇਚਣ ਦੀ ਨਹੀਂ, ਬਲਕਿ ਇੱਕ ਪੂਰੀ ਕਹਾਣੀ ਬਣਾਉਣ ਦੀ ਹੈ। ਤਾਂ ਸਭ ਤੋਂ ਪਹਿਲਾਂ ਪਿਚ ਸ਼ੁਰੂ ਕਿਵੇਂ ਹੁੰਦੀ ਹੈ? ਦੇਖੋ, ਇੱਕ ਬਹੁਤ ਹੀ ਆਮ ਜਿਹੀ ਇਨਸਾਨੀ ਇੱਛਾ ਨਾਲ। ਸਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਚਾਹੀਦਾ ਹੈ। ਉਹ ਸਿੱਧਾ ਪ੍ਰੋਡਕਟ ਵੇਚਣ ਦੀ ਗੱਲ ਨਹੀਂ ਕਰਦੇ, ਨਹੀਂ, ਪਹਿਲਾਂ ਇੱਕ ਭਾਵਨਾਤਮਕ ਕਨੈਕਸ਼ਨ ਬਣਾਉਂਦੇ ਨੇ। ਤੇ ਇਹ ਹੀ ਤਾਂ ਕਮਾਲ ਦੀ ਸ਼ੁਰੂਆਤ ਹੈ, ਕਿਉਂਕਿ ਇਹ ਗੱਲ ਸਿੱਧੀ ਦਿਲ ਤੇ ਲੱਗਦੀ ਹੈ। ਅੱਗੇ ਵਧਦੇ ਹਾਂ। ਇਹ ਪਿਚ ਹੈ ਕੁਝ ਹੋਰ ਦੀ ਇੱਛਾ ਬਾਰੇ। ਹੁਣ ਦੇਖੋ, ਇਹ ਪਿਚ ਬਹੁਤ ਸਮਝਦਾਰੀ ਨਾਲ ਆਪਣੇ ਟਾਰਗੇਟ ਆਡੀਅנס ਨੂੰ ਚੁਣਦੀ ਹੈ। ਕੌਣ ਨੇ ਇਹ ਲੋਕ? ਭਾਰਤ ਦੇ ਵਿਦਿਆਰਥੀ, ਘਰੇਲੂ ਔਰਤਾਂ ਅਤੇ ਉਹ ਲੋਕ ਜੋ ਪਹਿਲਾਂ ਹੀ ਨੌਕਰੀ ਕਰ ਰਹੇ ਨੇ। ਮਤਲਬ ਧਿਆਨ ਉਹਨਾਂ ਲੋਕਾਂ ਤੇ ਹੈ ਜੋ ਸ਼ਾਇਦ ਆਪਣੀ ਮੌਜੂਦਾ ਹਾਲਤ ਤੋਂ ਖੁਸ਼ ਨਹੀਂ ਤੇ ਪੈਸੇ ਕਮਾਉਣ ਦੇ ਨਵੇਂ ਮੌਕੇ ਲੱਭ ਰਹੇ ਨੇ। ਸੈਕਸ਼ਨ ਹੈ ਨੌਕਰੀ ਦੀਆਂ ਸੀਮਾਵਾਂ। ਤਾਂ ਸਵਾਲ ਇਹ ਉੱਠਦਾ ਹੈ ਕਿ ਜੇ ਸਭ ਨੂੰ ਹੋਰ ਚਾਹੀਦਾ ਹੈ ਤਾਂ ਰੁਕਾਵਟ ਕੀ ਹੈ? ਪਿਚ ਇਸ ਦਾ ਜਵਾਬ ਬੜੀ ਸਫਾਈ ਨਾਲ ਦਿੰਦੀ ਹੈ, ਇੱਕ ਨੌਕਰੀ, ਉਹਨਾਂ ਦੀਆਂ ਲਿਮਿਟੇਸ਼ਨਸ। ਇੱਕ ਅਜਿਹੀ ਭਾਵਨਾ ਤੇ ਹਮਲਾ ਕਰਦੀ ਹੈ ਕਿ ਲੋਕ ਪੈਸੇ ਦੇ ਮਾਮਲੇ 'ਚ ਇੱਕ ਥਾਂ ਫਸੇ ਹੋਏ ਨੇ ਤੇ ਇਹ ਇੱਕ ਇਹੋ ਜਿਹੀ ਚਿੰਤਾ ਹੈ ਜਿਸ ਨਾਲ ਬਹੁਤ ਸਾਰੇ ਲੋਕ ਰਿਲੇਟ ਕਰ ਸਕਦੇ ਨੇ, ਇਸੇ ਲਈ ਕਹਾਣੀ ਇੰਨੀ ਅਸਰਦਾਰ ਬਣ ਜਾਂਦੀ ਹੈ। ਅਤੇ ਫਿਰ ਆਉਂਦਾ ਹੈ ਇਹ ਵਾਕ, ਕੰਮ ਚੱਲ ਰਿਹਾ ਹੈ। ਵੇਖਣ ਨੂੰ ਕਿੰਨਾ ਸਧਾਰਨ ਹੈ ਨਾ? ਪਰ ਇਹ ਬਹੁਤ ਕੁਝ ਕਹਿ ਜਾਂਦਾ ਹੈ। ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਇੱਕ ਖੜੋਤ ਦੀ, ਇੱਕ ਅਸੰਤੁਸ਼ਟੀ ਦੀ ਭਾਵਨਾ ਜਗਾਉਣ ਲਈ। ਮਤਲਬ ਕਿ ਇੱਕ ਆਮ ਨੌਕਰੀ ਨਾਲ ਬਸ ਗੁਜ਼ਾਰਾ ਹੀ ਹੋ ਸਕਦਾ, ਸੁਪਨੇ ਪੂਰੇ ਨਹੀਂ ਹੋ ਸਕਦੇ। ਇੱਥੇ ਗੱਲ ਹੋਰ ਡੂੰਘੀ ਹੋ ਜਾਂਦੀ ਹੈ। ਪਿਚ ਸਿਰਫ ਸਮੱਸਿਆ ਦੱਸ ਕੇ ਰੁਕਦੀ ਨਹੀਂ, ਸਗੋਂ ਉਸ ਨੂੰ ਹੋਰ ਤਿੱਖਾ ਬਣਾਉਂਦੀ ਹੈ। ਉਹ ਸਵਾਲ ਪੁੱਛਦੇ ਨੇ, ਪਰ ਸੁਪਨੇ ਕਿੱਥੇ ਫਿੱਟ ਹੁੰਦੇ ਹਨ? ਇਸ ਇੱਕ ਸਵਾਲ ਨਾਲ ਉਹ ਗੁਜ਼ਾਰੇ ਅਤੇ ਸੁਪਨਿਆਂ ਦੇ ਵਿਚਕਾਰਲੀ ਵੱਡੀ ਖਾਈ ਨੂੰ ਦਿਖਾ ਦਿੰਦੇ ਨੇ ਤੇ ਇਸ ਨਾਲ ਸੁਣਨ ਵਾਲੇ ਦੇ ਮਨ ਵਿੱਚ ਇੱਕ ਬੇਚੈਨੀ ਜੀ ਹੋਣ ਲੱਗਦੀ ਹੈ। ਅਗਲਾ ਹਿੱਸਾ ਹੈ ਹੱਲ। ਤੇ ਉਹ ਹੱਲ ਕੀ ਹੈ? ਤੁਹਾਡਾ ਆਪਣਾ ਕਾਰੋਬਾਰ। ਠੀਕ ਹੈ, ਤਾਂ ਹੁਣ ਤੱਕ ਸਮੱਸਿਆ ਦੀ ਗੱਲ ਹੋ ਗਈ, ਨਿਰਾਸ਼ਾ ਦੀ ਗੱਲ ਹੋ ਗਈ। ਹੁਣ ਪਿਚ ਇੱਕਦਮ ਮੋੜ ਲੈਂਦੀ ਹੈ ਤੇ ਪੇਸ਼ ਕਰਦੀ ਹੈ ਹੱਲ, ਇੱਕ ਬਿਲਕੁਲ ਸਾਫ਼ ਤੇ ਸਿੱਧਾ ਜਵਾਬ, ਨੌਕਰੀ ਦੀਆਂ ਬੰਦਿਸ਼ਾਂ ਤੋਂ ਬਾਹਰ ਨਿਕਲਣ ਦਾ ਤਰੀਕਾ। ਤਾਂ ਇਹ ਕਾਰੋਬਾਰ ਹੈ ਕੀ? ਇਹ ਸਿਰਫ ਇੱਕ ਸ਼ਬਦ ਨਹੀਂ, ਇਹ ਸੁਪਨਿਆਂ ਨੂੰ ਪੂਰਾ ਕਰਨ, ਪੈਸੇ ਦੀ ਆਜ਼ਾਦੀ ਪਾਉਣ ਅਤੇ ਇੱਕ ਤਨਖਾਹ ਤੋਂ ਕਿਤੇ ਵੱਧ ਕੇ ਆਪਣੀ ਵਿਰਾਸਤ ਬਣਾਉਣ ਦਾ ਇੱਕ ਜ਼ਰੀਆ ਹੈ। ਇੱਥੇ ਪਿਚ ਦਾ ਅਸਲੀ ਤਰਕ ਸਾਹਮਣੇ ਆਉਂਦਾ ਹੈ। ਆਈਡੀਆ ਇਹ ਹੈ ਕਿ ਸਿਰਫ ਇੱਕ ਬਿਜ਼ਨਸ ਹੀ ਉਹ ਬੇਅੰਤ ਮੌਕੇ ਦੇ ਸਕਦਾ ਹੈ ਜਿਸ ਨਾਲ ਉਹ ਸ਼ੁਰੂਆਤ ਵਾਲੀ ਕੁਝ ਹੋਰ ਦੀ ਇੱਛਾ ਪੂਰੀ ਹੋ ਸਕੇ। ਸੋ ਨੌਕਰੀ ਮਤਲਬ ਲਿਮਿਟਿਡ ਤੇ ਕਾਰੋਬਾਰ ਮਤਲਬ ਅਨਲਿਮਿਟਿਡ। ਤਾਂ ਫਿਰ ਕੋਈ ਕਾਰੋਬਾਰ ਸ਼ੁਰੂ ਹੀ ਕਿਉਂ ਕਰੇ? ਪਿਚ ਇਸ ਦੇ 3 ਬਹੁਤ ਹੀ ਮਜ਼ਬੂਤ ਕਾਰਨ ਦਿੰਦੀ ਹੈ। ਪਹਿਲਾ, ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਛੱਡ ਕੇ ਜਾਣਾ। ਦੂਜਾ, ਆਮਦਨ ਦਾ ਇੱਕ ਹੋਰ ਜ਼ਰੀਆ ਬਣਾਉਣਾ। ਅਤੇ ਤੀਜਾ, ਆਪਣੀ ਨਿੱਜੀ ਅਤੇ ਵਿੱਤੀ ਆਜ਼ਾਦੀ ਹਾਸਲ ਕਰਨਾ। ਧਿਆਨ ਦਿਓ, ਗੱਲ ਸਿਰਫ ਪੈਸੇ ਦੀ ਨਹੀਂ, ਗੱਲ ਵਿਰਾਸਤ ਦੀ ਹੈ, ਸੁਰੱਖਿਆ ਦੀ ਹੈ, ਆਜ਼ਾਦੀ ਦੀ ਹੈ। ਤੇ ਇਹ ਉਹ ਭਾਵਨਾਵਾਂ ਨੇ ਜੋ ਕਿਸੇ ਨੂੰ ਵੀ ਐਕਸ਼ਨ ਲੈਣ ਲਈ ਮਜਬੂਰ ਕਰ ਸਕਦੀਆਂ ਨੇ। ਅਗਲੇ ਸੈਕਸ਼ਨ ਤੇ ਚੱਲਦੇ ਹਾਂ, ਇੱਕ ਨਵਾਂ ਬਨਾਮ ਰਿਵਾਇਤੀ ਕਾਰੋਬਾਰ। ਇੱਥੇ ਆ ਕੇ ਪਿਚ ਇੱਕ ਬਹੁਤ ਹੀ ਚਲਾਕ ਕਦਮ ਚੁੱਕਦੀ ਹੈ। ਉਹ ਕੀ ਕਰਦੇ ਨੇ? ਉਹ ਆਪਣੇ ਬਿਜ਼ਨਸ ਮਾਡਲ ਨੂੰ ਆਮ ਟ੍ਰੈਡੀਸ਼ਨਲ ਬਿਜ਼ਨਸ ਦੇ ਨਾਲ ਤੁਲਨਾ ਕਰਦੇ ਨੇ ਤਾਂ ਕਿ ਉਹਨਾਂ ਦਾ ਆਪਣਾ ਮਾਡਲ ਹੋਰ ਵੀ ਵਧੀਆ ਤੇ ਆਕਰਸ਼ਕ ਲੱਗੇ। ਤੇ ਤੁਲਨਾ ਕਰਨ ਲਈ ਉਹ ਕਿਹੜੇ ਕਾਰੋਬਾਰਾਂ ਦੀ ਗੱਲ ਕਰਦੇ ਨੇ? ਉਹੀ ਜੋ ਆਪਾਂ ਸਭ ਜਾਣਦੇ ਹਾਂ, ਜਿਵੇਂ ਟਿਫਿਨ ਸੈਂਟਰਸ, ਟਿਊਸ਼ਨ ਕਲਾਸਾਂ, ਘਰ ਵਿੱਚ ਬੇਕਰੀ ਖੋਲ੍ਹਣਾ ਜਾਂ ਫਿਰ ਦਰਜ਼ੀ ਦੀ ਦੁਕਾਨ। ਇਹ ਉਦਾਹਰਣ ਇਸ ਲਈ ਚੁਣੀਆਂ ਗਈਆਂ ਨੇ ਕਿਉਂਕਿ ਇਹ ਬਹੁਤ ਰਿਲੇਟੇਬਲ ਨੇ। ਹੋ ਸਕਦਾ ਹੈ ਸੁਣਨ ਵਾਲਿਆਂ ਨੇ ਕਦੇ ਨਾ ਕਦੇ ਇਹਨਾਂ ਬਾਰੇ ਸੋਚਿਆ ਹੋਵੇ ਤੇ ਇਹੀ ਚੀਜ਼ ਅੱਗੇ ਆਉਣ ਵਾਲੀ ਤੁਲਨਾ ਨੂੰ ਹੋਰ ਵੀ ਦਮਦਾਰ ਬਣਾ ਦਿੰਦੀ ਹੈ। ਅੱਛਾ, ਹੁਣ ਆਉਂਦਾ ਹੈ ਇਸ ਪਿਚ ਦਾ ਸਭ ਤੋਂ ਅਹਿਮ ਹਿੱਸਾ, ਸਿੱਧੀ ਤੁਲਨਾ। ਇਸ ਟੇਬਲ ਤੇ ਧਿਆਨ ਦਿਓ, ਇੱਕ ਪਾਸੇ ਹੈ ਰਿਵਾਇਤੀ ਕਾਰੋਬਾਰ ਤੇ ਦੂਜੇ ਪਾਸੇ ਫੋਰਐਵਰ ਮਾਡਲ। ਦੇਖੋ ਕਿਵੇਂ ਇੱਕ-ਇੱਕ ਕਰਕੇ ਹਰ ਕਮੀ ਨੂੰ ਉਜਾਗਰ ਕੀਤਾ ਗਿਆ ਹੈ। ਰਿਵਾਇਤੀ ਬਿਜ਼ਨਸ 'ਚ ਉੱਚੀ ਲਾਗਤ, ਇਹਨਾਂ ਦੇ ਮਾਡਲ 'ਚ ਘੱਟ। ਉੱਥੇ ਰੋਜ਼ਾਨਾ ਬੰਨੇ ਰਹਿਣਾ ਪੈਂਦਾ, ਇੱਥੇ ਪੂਰੀ ਫਲੈਕਸੀਬਿਲਿਟੀ। ਉੱਥੇ ਰਿਸਕ ਜ਼ਿਆਦਾ, ਇੱਥੇ ਘੱਟ। ਉੱਥੇ ਇਕੱਲੇ ਹੋ, ਇੱਥੇ ਪੂਰੀ ਟੀਮ ਦਾ ਸਪੋਰਟ ਹੈ। ਮਤਲਬ ਪੂਰੀ ਤੁਲਨਾ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਹਰ ਪੁਆਇੰਟ ਤੇ ਨਵਾਂ ਮਾਡਲ ਹੀ ਜਿੱਤਦਾ ਨਜ਼ਰ ਆਵੇ। ਅਗਲਾ ਸੈਕਸ਼ਨ ਤੁਹਾਡੇ ਮੁੱਖ ਸਵਾਲਾਂ ਦੇ ਜਵਾਬ।
ਹੁਣ ਇਹ ਇੱਕ ਬਹੁਤ ਹੀ ਵਧੀਆ ਤਕਨੀਕ ਹੈ। ਕੋਈ ਵੀ ਚੰਗੀ ਪਿਚ ਜਾਣਦੀ ਹੈ ਕਿ ਸੁਣਨ ਵਾਲੇ ਦੇ ਮਨ ਵਿੱਚ ਕੀ ਸਵਾਲ ਜਾਂ ਇਤਰਾਜ਼ ਆ ਸਕਦੇ ਨੇ। ਤਾਂ ਉਹ ਕੀ ਕਰਦੇ ਨੇ, ਉਹਨਾਂ ਸਵਾਲਾਂ ਨੂੰ ਪੁੱਛੇ ਜਾਣ ਤੋਂ ਪਹਿਲਾਂ ਹੀ ਉਹਨਾਂ ਦੇ ਜਵਾਬ ਦੇ ਦਿੰਦੇ ਨੇ। ਇਸ ਨਾਲ ਭਰੋਸਾ ਬਣਦਾ ਹੈ ਤੇ ਸ਼ੱਕ ਦੂਰ ਹੋ ਜਾਂਦੇ ਨੇ। ਤਾਂ ਸਭ ਤੋਂ ਪਹਿਲਾ ਅਤੇ ਸਭ ਤੋਂ ਆਮ ਸਵਾਲ ਕੀ ਹੁੰਦਾ ਹੈ? ਇਹੀ, ਮੇਰੇ ਕੋਲ ਤਾਂ ਕੋਈ ਤਜਰਬਾ ਹੀ ਨਹੀਂ ਹੈ, ਮੈਂ ਕਿਵੇਂ ਕਾਮਯਾਬ ਹੋਵਾਂਗਾ? ਤੇ ਸੱਚੀ ਗੱਲ ਇਹ ਹੈ ਕਿ ਇਹ ਇੱਕ ਬਹੁਤ ਵੱਡਾ ਡਰ ਹੈ। ਇਹੀ ਡਰ ਤਾਂ ਬਹੁਤੇ ਲੋਕਾਂ ਨੂੰ ਕੁਝ ਨਵਾਂ ਸ਼ੁਰੂ ਕਰਨ ਤੋਂ ਰੋਕ ਦਿੰਦਾ ਹੈ। ਤੇ ਪਿਚ ਇਸ ਦਾ ਜਵਾਬ ਕਿਵੇਂ ਦਿੰਦੀ ਹੈ? ਇੱਕ ਬਹੁਤ ਵੱਡਾ ਵਾਅਦਾ ਕਰਕੇ ਕਿ ਇੱਕ ਪੂਰਾ ਸਪੋਰਟ ਸਿਸਟਮ ਮਿਲੇਗਾ, ਮੁਫਤ ਟ੍ਰੇਨਿੰਗ, ਮੈਂਟਰਸ਼ਿਪ ਤੇ ਕਾਮਯਾਬੀ ਦਾ ਇੱਕ ਬਣਿਆ ਬਣਾਇਆ ਰਸਤਾ। ਮਤਲਬ ਉਹ ਕਹਿ ਰਹੇ ਨੇ ਕਿ ਤਜਰਬੇ ਦੀ ਫਿਕਰ ਹੀ ਨਾ ਕਰੋ, ਕਿਉਂਕਿ ਅਸੀਂ ਤੁਹਾਨੂੰ ਸਭ ਕੁਝ ਸਿਖਾਵਾਂਗੇ। ਇਸ ਇੱਕ ਜਵਾਬ ਨਾਲ ਉਹ ਸਭ ਤੋਂ ਵੱਡੇ ਰੋੜੇ ਨੂੰ ਰਸਤੇ ਵਿੱਚੋਂ ਹਟਾ ਦਿੰਦੇ ਨੇ। ਅੱਛਾ, ਤਜਰਬੇ ਵਾਲੀ ਗੱਲ ਤਾਂ ਹੋ ਗਈ। ਹੁਣ ਅਗਲਾ ਸਵਾਲ, ਮੇਰੇ ਕੋਲ ਸਮਾਂ ਹੀ ਨਹੀਂ ਹੈ, ਕੀ ਮੈਂ ਇਸ ਨੂੰ ਆਪਣੀ ਨੌਕਰੀ ਨਾਲ ਮੈਨੇਜ ਕਰ ਸਕਦਾ ਹਾਂ? ਇਹ ਵੀ ਇੱਕ ਬਹੁਤ ਵੱਡੀ ਚਿੰਤਾ ਹੈ, ਖਾਸ ਕਰਕੇ ਉਹਨਾਂ ਲਈ ਜੋ ਪਹਿਲਾਂ ਹੀ ਕਾਫੀ ਬਿਜ਼ੀ ਨੇ। ਅਤੇ ਇਸ ਦਾ ਜਵਾਬ ਬਹੁਤ ਹੀ ਸਿੱਧਾ ਤੇ ਸਰਲ, ਸਿਰਫ 2 ਘੰਟੇ। ਉਹ ਕਹਿੰਦੇ ਨੇ ਕਿ ਦਿਨ ਵਿੱਚ ਸਿਰਫ 2 ਘੰਟੇ ਦੇਣੇ ਪੈਣਗੇ। ਇਹ ਸੁਣ ਕੇ ਅਚਾਨਕ ਇਹ ਕੰਮ ਬਹੁਤ ਆਸਾਨ ਤੇ ਮੈਨੇਜੇਬਲ ਲੱਗਣ ਲੱਗਦਾ ਹੈ, ਭਾਵੇਂ ਕੋਈ ਕਿੰਨਾ ਵੀ ਰੁੱਝਿਆ ਹੋਵੇ। ਅਤੇ ਫਿਰ ਆਉਂਦਾ ਹੈ ਸਭ ਤੋਂ ਵੱਡਾ ਸਵਾਲ, ਪੈਸੇ ਦਾ। ਪਰ ਸ਼ੁਰੂ ਕਰਨ ਲਈ ਪੈਸੇ ਕਿੱਥੋਂ ਆਉਣਗੇ? ਸੱਚ ਕਹਾਂ ਤਾਂ ਇਹੀ ਉਹ ਸਵਾਲ ਹੈ ਜਿੱਥੇ ਆ ਕੇ ਬਹੁਤੀਆਂ ਗੱਲਾਂ ਖਤਮ ਹੋ ਜਾਂਦੀਆਂ ਨੇ। ਇਸ ਲਈ ਪਿਚ ਨੂੰ ਇਸ ਸਵਾਲ ਦਾ ਜਵਾਬ ਬਹੁਤ ਹੀ ਸਾਵਧਾਨੀ ਨਾਲ ਦੇਣਾ ਪੈਂਦਾ ਹੈ। ਤਾਂ ਉਹ ਇਸ ਦਾ ਜਵਾਬ ਕਿਵੇਂ ਦਿੰਦੇ ਨੇ? ਇੱਕ ਬਹੁਤ ਪੁਰਾਣੀ ਕਹਾਵਤ ਨਾਲ, ਪੈਸਾ ਪੈਸੇ ਨਾਲ ਹੀ ਬਣਦਾ ਹੈ। ਦੇਖੋ ਕਿੰਨੀ ਚਾਲਾਕੀ ਨਾਲ ਉਹਨਾਂ ਨੇ ਪੈਸੇ ਦੀ ਲੋੜ ਨੂੰ ਇੱਕ ਖਰਚੇ ਦੀ ਥਾਂ ਤੇ ਬਿਜ਼ਨਸ ਦਾ ਇੱਕ ਅਸੂਲ ਬਣਾ ਦਿੱਤਾ। ਉਹ ਕਹਿੰਦੇ ਨੇ ਕਿ ਇਹ ਖਰਚਾ ਨਹੀਂ, ਇਹ ਇੱਕ ਨਿਵੇਸ਼ ਹੈ। ਇਸ ਕਹਾਵਤ ਦੀ ਵਰਤੋਂ ਕਰਕੇ ਉਹ ਇਸ ਵਿਚਾਰ ਨੂੰ ਬਿਲਕੁਲ ਨਾਰਮਲ ਬਣਾ ਦਿੰਦੇ ਨੇ। ਚਲੋ ਹੁਣ ਆਪਾਂ ਪਿਚ ਦੇ ਆਖਰੀ ਹਿੱਸੇ ਤੇ ਪਹੁੰਚ ਗਏ ਹਾਂ, ਅੰਤਿਮ ਵਾਅਦਾ ਅਤੇ ਪਿਚ। ਹੁਣ ਤੱਕ ਸਾਰੇ ਡਰ, ਸਾਰੇ ਸਵਾਲ, ਸਾਰੇ ਐਤਰਾਜ਼ ਦੂਰ ਹੋ ਚੁੱਕੇ ਨੇ। ਤਾਂ ਹੁਣ ਗੱਲ ਕਿਸੇ ਸਮੱਸਿਆ ਜਾਂ ਤੁਲਨਾ ਦੀ ਨਹੀਂ, ਬਲਕਿ ਇੱਕ ਬੜੇ ਵਾਅਦੇ ਦੀ ਹੈ ਅਤੇ ਫਿਰ ਸਿੱਧਾ ਐਕਸ਼ਨ ਲੈਣ ਦੀ। ਤੇ ਉਹ ਵਾਅਦਾ ਕੀ ਹੈ? ਇੱਕ ਮਜ਼ਬੂਤ ਕਮਿਊਨਿਟੀ ਸਪੋਰਟ ਸਿਸਟਮ ਦਾ। ਕੀ ਮਿਲੇਗਾ? ਲਾਈਫ ਟਾਈਮ ਮੈਂਬਰਸ਼ਿਪ, ਕਾਮਯਾਬੀ ਦੇ ਬਣੇ ਬਣਾਏ ਪਲਾਨ, ਸਟੈਪ ਬਾਈ ਸਟੈਪ ਟ੍ਰੇਨਿੰਗ ਅਤੇ ਲਗਾਤਾਰ ਮੈਂਟਰਿੰਗ ਤੇ ਮੋਟੀਵੇਸ਼ਨ। ਮਤਲਬ ਉਹ ਇੱਕ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਇਸ ਸਫ਼ਰ ਵਿੱਚ ਕਿਸੇ ਨੂੰ ਵੀ ਇਕੱਲਾ ਨਹੀਂ ਛੱਡਿਆ ਜਾਵੇਗਾ। ਅਤੇ ਫਿਰ ਆਉਂਦੀ ਹੈ ਉਹ ਆਖਰੀ ਲਾਈਨ ਜੋ ਸਿੱਧੀ ਦਿਲ ਤੇ ਵਾਰ ਕਰਦੀ ਹੈ, ਜੇ ਤੁਸੀਂ ਆਪਣੇ ਲਈ ਕੰਮ ਨਹੀਂ ਕਰਦੇ ਤਾਂ ਤੁਸੀਂ ਕਿਸੇ ਹੋਰ ਦੇ ਸੁਪਨੇ ਪੂਰੇ ਕਰ ਰਹੇ ਹੋ। ਇਹ ਲਾਈਨ ਇਸ ਲਈ ਬਣਾਈ ਗਈ ਹੈ ਤਾਂ ਕਿ ਇੱਕਦਮ ਫੈਸਲਾ ਲੈਣ ਦੀ ਲੋੜ ਮਹਿਸੂਸ ਹੋਵੇ। ਇਹ ਇੱਕ ਭਾਵਨਾਤਮਕ ਧੱਕਾ ਹੈ ਜੋ ਇਹ ਕਹਿੰਦਾ ਹੈ ਕਿ ਜੇ ਅੱਜ ਐਕਸ਼ਨ ਨਹੀਂ ਲਿਆ ਤਾਂ ਕਿਸੇ ਹੋਰ ਲਈ ਕੰਮ ਕਰਦੇ ਰਹਿਣਾ ਪਵੇਗਾ। ਅਖੀਰ ਵਿੱਚ ਗੱਲ ਆ ਜਾਂਦੀ ਹੈ ਇੱਕ ਚੋਣ ਤੇ, ਆਪਣੀ ਚੋਣ। ਇੱਕ ਪਾਸੇ ਹੈ ਆਪਣਾ ਫੈਸਲਾ, ਜਿਸ ਦਾ ਮਤਲਬ ਹੈ ਕਿ ਇਨਸਾਨ ਆਪਣੀ ਜ਼ਿੰਦਗੀ ਖੁਦ ਡਿਜ਼ਾਈਨ ਕਰਦਾ ਹੈ। ਦੂਜੇ ਪਾਸੇ ਹੈ ਕੋਈ ਫੈਸਲਾ ਨਹੀਂ, ਜਿਸ ਦਾ ਮਤਲਬ ਹੈ ਕਿ ਦੂਜੇ ਲੋਕ ਉਸ ਲਈ ਫੈਸਲੇ ਲੈਣਗੇ। ਇਹ ਸਿੱਧਾ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਆਪਣੀ ਜ਼ਿੰਦਗੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲਓ ਜਾਂ ਫਿਰ ਹਾਲਾਤਾਂ ਨੂੰ ਆਪਣੇ ਤੇ ਹਾਵੀ ਹੋਣ ਦਿਓ। ਫੈਸਲਾ ਹੁਣ ਸੁਣਨ ਵਾਲੇ ਦੇ ਹੱਥ ਵਿੱਚ ਹੈ। ਤਾਂ ਇਸ ਸਾਰੇ ਵਿਸ਼ਲੇਸ਼ਣ ਤੋਂ ਬਾਅਦ ਇੱਕ ਵੱਡਾ ਸਵਾਲ ਸਾਹਮਣੇ ਆਉਂਦਾ ਹੈ, ਇੱਕ ਬਿਜ਼ਨਸ ਪਿਚ ਨੂੰ ਅਸਲ ਵਿੱਚ ਇੰਨਾ ਪ੍ਰੇਰਣਾਦਾਇਕ ਬਣਾਉਂਦਾ ਕੀ ਹੈ? ਆਪਾਂ ਇੱਕ ਪਿਚ ਨੂੰ ਤਾਂ ਚੰਗੀ ਤਰ੍ਹਾਂ ਸਮਝ ਲਿਆ, ਪਰ ਅਸਲ ਸਵਾਲ ਇਹ ਹੈ, ਆਪਾਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਕਹਾਣੀਆਂ ਤੇ ਯਕੀਨ ਕਰ ਰਹੇ ਹਾਂ ਤੇ ਕੀ ਉਹ ਕਹਾਣੀਆਂ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਵੱਲ ਲੈ ਕੇ ਜਾ ਰਹੀਆਂ ਨੇ ਜਾਂ ਕਿਸੇ ਹੋਰ ਦੇ ਸੁਪਨੇ ਪੂਰੇ ਕਰਨ ਵੱਲ?